हाँ जी, सत श्री अकाल सारिਆਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਹੋ। ਹਾਂਜੀ, ਅੱਜ ਦਾ ਆਪਣਾ ਟੌਪਿਕ ਜਿਹੜਾ ਹੈਗਾ ਇਲੈਕਟ੍ਰੋਕੈਮਿਸਟਰੀ ਦੇ ਨਿਊਮੈਰੀਕਲਸ ਦਾ ਹੈ। ਇਲੈਕਟ੍ਰੋਕੈਮਿਸਟਰੀ ਦੇ ਨਿਊਮੈਰੀਕਲ ਜਿਹੜੇ ਹੈਗੇ ਨੇ ਕਾਫੀ ਇੰਪੋਰਟੈਂਟ ਨੇ, ਜਿਹਦੇ ਵਿੱਚ ਕੈਟਾਗਰੀ ਵਾਈਜ਼ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਸਟਾਰਟਿੰਗ ਦੇ ਵਿੱਚ ਜਦੋਂ ਆਉਂਦਾ ਹੈ ਤਾਂ ਉਹਦੇ 'ਚ ਮੋਲਰ ਕੰਡਕਟੀਵਿਟੀ ਜਾਂ ਮੋਲਰ ਕੰਡਕਟੈਂਸ ਜਿਹਨੂੰ ਕਹਿੰਦੇ ਆ, ਕੈਲਰੋਸ਼ ਲਾਅ, ਫੈਰਾਡੇ ਲਾਅ ਆਫ ਇਲੈਕਟ੍ਰੋਲਿਸਿਸ, ਤੇ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਕੁਛ ਕੁ ਸੈੱਲ ਬੇਸਿਸ ਦੇ ਉੱਪਰ, ਨਨ ਇੰਸਟੀਟਿਊਸ਼ਨ ਦੇ ਬੇਸਿਸ ਦੇ ਉੱਪਰ, ਈ ਨੋਟ ਸੈੱਲ ਦੇ ਬੇਸਿਸ ਦੇ ਉੱਪਰ ਨਿਊਮੈਰੀਕਲ ਆਉਂਦੇ ਆ। ਅਤੇ ਅੱਜ ਦਾ ਆਪਾਂ ਕਰਦੇ ਹਾਂ ਇਹਦੇ 'ਚ ਆਪਾਂ ਕੈਲਰੋਸ਼ ਲਾਅ ਦੇ ਬੇਸਿਸ ਦੇ ਉੱਪਰ ਨਿਊਮੈਰੀਕਲ ਸ਼ੁਰੂ ਕਰਦੇ ਹਾਂ। ਫਸਟ ਜਿਹੜਾ ਨਿਊਮੈਰੀਕਲ ਹੈਗਾ, ਇਹਦੀ ਸਟੇਟਮੈਂਟ ਦੇਖੋ ਇਹਦੇ 'ਚ ਕੀ ਹੈਗਾ। ਕਹਿੰਦਾ ਮੋਲਰ ਕੰਡਕਟੀਵਿਟੀ ਐਟ ਇਨਫਾਈਨਾਈਟ ਡਿਲੂਸ਼ਨ ਫॉर CH3COONA, ਸੋਡੀਅਮ ਐਸੀਟੇਟ ਕਹਿੰਦੇ ਆ, ਕੌਮਾ HCl, ਕੌਮਾ NaCl ਦੇ ਲਈ ਜਿਹੜਾ ਰਿਸਪੈਕਟਿਵਲੀ 91, 425.9, 126.4 ਇਹ ਗਿਵਨ ਹੈਗੀਆਂ ਨੇ। ਆਪਾਂ ਫਾਈਂਡ ਕਰਨਾ ਹੈ ਐਟ ਇਨਫਾਈਨਾਈਟ ਡਿਲੂਸ਼ਨ ਦੇ ਉੱਪਰ ਕਿਹਦੇ ਲਈ, ਐਸੀਟਿਕ ਐਸਿਡ ਦੇ ਲਈ, ਜਿਹਨੂੰ CH3COOH ਕਹਿੰਦੇ ਆ ਨਾ। ਹੁਣ ਕੈਲਰੋਸ਼ ਲਾਅ ਦੇ ਵਿੱਚ ਆਪਾਂ ਕੀਤਾ ਸੀਗਾ ਕਿ ਵਿਦ ਦੀ ਹੈਲਪ ਆਫ ਸਟਰੋਂਗ ਆਪਾਂ ਜਿਹੜਾ ਹੈਗਾ ਵੀਕ ਦੀ ਵੈਲਿਊ ਫਾਈਂਡ ਕਰਾਂਗੇ, ਹੈ ਨਾ। ਤਾਂ ਸਟਰੋਂਗ ਦੀ ਹੈਲਪ ਦੇ ਨਾਲ ਵੀਕ ਹੁਣ ਆਪਾਂ ਨੂੰ ਪਤਾ ਹੈ ਫਾਈਂਡ ਕਰਨੀ ਹੈ ਕਿਹਦੀ, CH3COH ਦੀ। ਇਹਦਾ ਐਜ਼ ਇਟ ਇਜ਼ ਜੋ ਮੈਂ ਤੁਹਾਨੂੰ ਐਪਲੀਕੇਸ਼ਨ ਕਰਵਾਈ ਸੀ ਕੈਲਰੋਸ਼ ਲਾਅ ਦੀ ਉਹੀ ਯੂਜ਼ ਹੋ ਜਾਏਗੀ। ਇਹਨੂੰ ਸਪਲਿਟ ਕਰਦੇ ਹਾਂ, ਕੀ ਬਣਦਾ CH3COO ਨੈਗੇਟਿਵ ਪਲੱਸ H ਪੋਜ਼ਿਟਿਵ ਇਨਫਾਈਨਾਈਟ ਦੇ ਉੱਪਰ ਮੋਲਰ ਕੰਡਕਟੈਂਸ, ਹੈ ਨਾ। ਇਹਦੀ ਵੈਲਿਊ ਹੁਣ ਆਪਾਂ ਇਹਨਾਂ ਤਿੰਨਾਂ ਦੀ ਹੈਲਪ ਦੇ ਨਾਲ ਫਾਈਂਡ ਕਰਾਂਗੇ। ਆਪਾਂ ਨੂੰ ਪਤਾ ਹੈ CH3COONA ਜਿਹੜਾ ਸਪਲਿਟ ਹੋ CH3COO ਨੈਗੇਟਿਵ ਪਲੱਸ Na ਪੋਜ਼ਿਟਿਵ ਵਾਲੇ 'ਚ, HCl H ਪੋਜ਼ਿਟਿਵ ਅਤੇ Cl ਨੈਗੇਟਿਵ ਦੇ ਵਿੱਚ, NaCl Na ਪੋਜ਼ਿਟਿਵ ਅਤੇ Cl ਨੈਗੇਟਿਵ ਦੇ ਵਿੱਚ ਜਿਹੜਾ ਹੈਗਾ ਸਪਲਿਟ ਹੋਊਗਾ। ਹੁਣ ਅਬਜ਼ਰਵ ਕਰੋ, ਦੇਖੋ ਆਪਾਂ ਨੂੰ ਕੀ ਚਾਹੀਦਾ, CH3COO ਨੈਗੇਟਿਵ ਪਲੱਸ H ਪੋਜ਼ਿਟਿਵ ਚਾਹੀਦਾ। ਇਹਨਾਂ ਤਿੰਨਾਂ ਤੋਂ ਇਕੁਏਸ਼ਨ ਇਹਨੂੰ ਫਸਟ ਦਿੱਤਾ, ਇਹਨੂੰ ਸੈਕੰਡ, ਥਰਡ ਅਤੇ ਫੋਰਥ ਨੰਬਰ ਮੈਂ ਜਿਹੜਾ ਹੈਗਾ ਇਕੁਏਸ਼ਨਸ ਦੇ ਦਿੱਤੀਆਂ। ਜਿਹੜਾ ਸੈਕੰਡ, ਥਰਡ ਅਤੇ ਫੋਰਥ ਜਿਹੜੀ ਹੈਗੀ ਹੈ ਇਹ ਸਟਰੋਂਗ ਜਿਹੜੇ ਇਲੈਕਟ੍ਰੋਲਾਈਟ ਨੇ ਤਿੰਨੋਂ ਉਹਨਾਂ ਦੀਆਂ ਵੈਲਿਊਜ਼ ਬਣਦੀਆਂ ਨੇ। ਅਤੇ ਫਸਟ ਇਕੁਏਸ਼ਨ ਜਿਹੜੀ ਹੈਗੀ ਆ ਉਹ ਵੀਕ ਇਲੈਕਟ੍ਰੋਲਾਈਟ ਦੀ ਆ, ਉਹਦੀ ਵੈਲਿਊ ਆਪਾਂ ਫਾਈਂਡ ਕਰਨੀ ਆ। ਹੁਣ ਅਬਜ਼ਰਵ ਕਰਦੇ ਹਾਂ ਇਹਦੀ ਵੈਲਿਊ ਦੇ ਲਈ ਆਪਾਂ ਨੂੰ ਪਲੱਸ ਕਿਹੜਾ ਕਿਹੜਾ ਕਰਾਂਗੇ। ਇੱਕ ਤਾਂ ਆਪ ਹੈ ਆਪਣਾ CH3COO ਨੈਗੇਟਿਵ ਅਤੇ ਇੱਕ H ਪੋਜ਼ਿਟਿਵ, ਮਤਲਬ ਸੈਕੰਡ ਇਕੁਏਸ਼ਨ ਅਤੇ ਥਰਡ ਇਕੁਏਸ਼ਨ ਪਲੱਸ ਕਰਨੀ ਪੈਣੀ ਹੈ। ਮਾਈਨਸ ਫੋਰਥ ਇਕੁਏਸ਼ਨ ਕਰਾਂਗੇ, ਸੈਕੰਡ ਪਲੱਸ ਥਰਡ ਮਾਈਨਸ ਫੋਰਥ ਕਰਨ ਤੋਂ ਵੀ ਗੈਟ ਕੀ ਹੋਏਗਾ, ਜਿਹੜਾ Na ਪੋਜ਼ਿਟਿਵ ਨਾਲ ਕੱਟ ਹੋ ਜਾਏਗਾ, Cl ਨੈਗੇਟਿਵ ਨਾਲ ਕੱਟ ਹੋ ਜਾਏਗਾ, ਆਪਣੇ ਕੋਲ ਰਿਮੇਨਿੰਗ ਕੀ ਹੋਏਗਾ CH3COO ਨੈਗੇਟਿਵ ਅਤੇ H ਪੋਜ਼ਿਟਿਵ ਦੋਨਾਂ ਦੀ ਵੈਲਿਊ। ਜਦੋਂ ਜੋ ਚਾਹੀਦਾ ਸੀ ਉਹ ਆਪਣਾ ਆ ਗਿਆ ਤਾਂ ਰਿਸਪੈਕਟਿਵਲੀ ਆਪਾਂ ਜਿਵੇਂ ਇਹਨਾਂ ਨੂੰ ਪਲੱਸ ਮਾਈਨਸ ਕੀਤਾ, ਇਹਨਾਂ ਦੀਆਂ ਵੈਲਿਊਜ਼ ਨੂੰ ਵੀ ਰਿਸਪੈਕਟਿਵਲੀ ਆਪਾਂ ਪਲੱਸ ਮਾਈਨਸ ਕਰਾਂਗੇ। ਕਿਹੜਾ, ਸੈਕੰਡ ਪਲੱਸ ਥਰਡ, ਮਤਲਬ 91 ਪਲੱਸ 425.9 ਮਾਈਨਸ ਆਪਣੇ ਕੋਲ ਕੀ ਆ ਜਾਊਗਾ 126 ਮਾਈਨਸ 4 ਜਿਹੜਾ ਹੈਗਾ ਕਰਨ ਤੋਂ ਬਾਅਦ 390.5 ਜਿਹੜਾ ਆਪਣੀ ਇਹਦਾ ਆਨਸਰ ਆ ਰਿਹਾ ਜੀ ਇਸ ਕੁਐਸਚਨ ਦਾ। ਉਸ ਤੋਂ ਬਾਅਦ ਥੋੜ੍ਹੀ ਜਿਹੀ ਕੈਟਾਗਰੀ ਚੇਂਜ ਕਰਦਾ ਇਹਦੇ ਵਿੱਚ ਕੈਲਰੋਸ਼ ਲਾਅ ਦੇ ਵਿੱਚ। ਕਹਿੰਦਾ ਮੋਲਰ ਕੰਡਕਟੀਵਿਟੀ ਐਟ ਇਨਫਾਈਨਾਈਟ ਡਿਲੂਸ਼ਨ ਫॉर NaI, CH3COONA, CH3COO ਟਵਾਈਸ Mg ਗਿਵਨ ਹੈਗੀਆਂ ਨੇ 12.69, 9.10, 18.78 ਅਤੇ ਆਪਾਂ ਫਾਈਂਡ ਕਰਨਾ MgI2 ਦੇ ਲਈ। ਇਹਦੇ 'ਚ ਦੇਖੋ ਇਹਦੇ 'ਚ ਕੀ ਸੀਗਾ, ਫਰਕ ਕੀ ਹੈ ਦੋਨਾਂ ਦੇ ਵਿੱਚ, ਕਾਫੀ ਇੰਪੋਰਟੈਂਟ ਨਿਊਮੈਰੀਕਲ ਨੇ ਕੈਲਰੋਸ਼ ਲਾਅ ਦੇ। ਛੋਟੇ ਛੋਟੇ ਫਰਕ ਦੇ ਨਾਲ ਕਾਫੀ ਇਹਦੀਆਂ ਵਰਾਇਟੀਜ਼ ਬਣ ਜਾਂਦੀਆਂ ਨੇ, ਕੈਟਾਗਰੀਜ਼ ਆ ਜਾਂਦੀਆਂ। ਇਹਦੇ ਵਿੱਚ ਉੱਪਰ ਵਾਲੇ 'ਚ ਆਪਾਂ ਕੀ ਦੇਖਦੇ ਹਾਂ 1 by 1 ਚੱਲ ਰਹੇ ਨੇ, ਕੋਈ ਵੀ ਡਬਲ ਨਹੀਂ ਆ ਰਿਹਾ। ਬਟ ਇਸ ਦੇ ਵਿੱਚ ਕੀ ਚੀਜ਼ ਹੈ, ਇੱਕ ਇੱਥੇ CH3COO ਟਵਾਈਸ ਹੋ ਗਿਆ, ਔਰ ਜੋ ਆਪਾਂ ਫਾਈਂਡ ਕਰਨਾ ਉਹ MgI2 ਦਾ ਕਰਨਾ ਹੈ। ਤਾਂ ਟਵਾਈਸ ਕਰਨ ਦੇ ਲਈ ਆਪਾਂ ਨੂੰ 2 ਨਾਲ ਮਲਟੀਪਲਾਈ ਕਰਨਾ ਪਊ। ਇਹ ਤੁਸੀਂ ਚੈੱਕ ਕਰਨਾ ਵੀ ਕਿਹਨੂੰ 2 ਨਾਲ ਮਲਟੀਪਲਾਈ ਕਰਕੇ ਤਾਂ ਆਪਣਾ ਰਿਜ਼ਲਟ ਨਿਕਲ ਰਿਹਾ। ਆਪਾਂ ਸਪਲਿਟ ਕਰਦੇ ਹਾਂ, ਜੋ ਫਾਈਂਡ ਕਰਨਾ MgI2 ਦਾ ਫਾਈਂਡ ਕਰਨਾ, ਇਹਨੂੰ ਸਪਲਿਟ ਕਰ ਲਓ। ਕਿਹਦੇ ਸਪਲਿਟ ਹੋਏਗਾ, ਸਪਲਿਟਿੰਗ ਹੀ ਮੇਨ ਇਹਦੇ 'ਚ। ਜਦੋਂ ਤੁਹਾਡੀ ਸਪਲਿਟਿੰਗ ਸਹੀ ਹੋਗੀ ਤਾਂ ਤੁਹਾਡੀਆਂ ਵੈਲਿਊਜ਼ ਨੂੰ ਕਰਸਪੋਂਡਿੰਗ ਤੁਸੀਂ ਪਲੱਸ ਮਾਈਨਸ ਈਜ਼ੀਲੀ ਕਰ ਸਕਦੇ ਹੋ। ਤਾਂ ਗਲਤੀ ਦੇ ਚਾਂਸ ਆਫ ਮਿਸਟੇਕ ਜਿਹੜੇ ਕਾਫੀ ਘੱਟ ਜਾਂਦੇ ਆ। MgI2 ਨੂੰ ਆਪਾਂ ਸਪਲਿਟ ਕਰਾਂਗੇ Mg2 ਪੋਜ਼ਿਟਿਵ ਅਤੇ 2I ਨੈਗੇਟਿਵ, ਮਤਲਬ ਆਪਾਂ ਨੂੰ ਆਹ ਚੀਜ਼ ਦੀ ਵੈਲਿਊ ਚਾਹੀਦੀ ਹੈ। ਕਹਿਣ ਦਾ ਭਾਵ ਇੱਕ Mg ਚਾਹੀਦਾ ਜਾਂ ਆਪਾਂ ਨੂੰ ਇੱਕ
आई ਜਿਹੜੇ ਹੈਗੇ ਨੇ 2 ਚਾਹੀਦੇ ਨੇ। ਹੁਣ ਕਰਸਪੋਂਡਿੰਗ ਜੋ ਆਪਾਂ ਨੂੰ ਗਿਵਨ ਹੈ ਉਹਨਾਂ ਦੇ ਵਿੱਚ ਜਦੋਂ ਸਪਲਿਟ ਕਰ ਰਹੇ ਹਾਂ Na ਨੂੰ ਸਪਲਿਟ ਕਰਾਂਗੇ Na ਪੋਜ਼ਿਟਿਵ ਤੇ I ਨੈਗੇਟਿਵ ਬਣੂਗਾ। CH3COO Na ਨੂੰ ਕਰਾਂਗੇ CH3COO ਨੈਗੇਟਿਵ ਤੇ Na ਪੋਜ਼ਿਟਿਵ ਬਣ ਜਾਏਗਾ। CH3CO ਟਵਾਈਸ Mg ਨੂੰ ਸਪਲਿਟ ਕਰਾਂਗੇ ਤਾਂ Mg2 ਪੋਜ਼ਿਟਿਵ ਪਲੱਸ 2 CH3COO ਨੈਗੇਟਿਵ ਇਹ ਬਣ ਜਾਣਾ। ਹੁਣ ਅਬਜ਼ਰਵ ਕਰ ਰਹੇ ਹਾਂ ਆਪਾਂ ਨੂੰ ਚਾਹੀਦਾ ਇੱਕ Mg ਪੋਜ਼ਿਟਿਵ 2 ਪੋਜ਼ਿਟਿਵ ਚਾਹੀਦਾ, ਇੱਕ I ਵਾਲਾ ਚਾਹੀਦਾ। I ਵਾਲੇ 2 ਚਾਹੀਦੇ, ਇਹਦਾ ਮਤਲਬ ਦਿਸ ਪਲੱਸ 2 ਇੰਟੂ ਦਿਸ ਹੋਊਗਾ। ਇਹਨਾਂ ਨੂੰ ਦੋਨਾਂ ਨੂੰ ਪਲੱਸ ਕਰਨਾ ਤੇ ਇਹਨੂੰ 2 ਨਾਲ ਮਲਟੀਪਲਾਈ ਕਰੋ। ਜਦੋਂ ਇਹਨੂੰ 2 ਨਾਲ ਮਲਟੀਪਲਾਈ ਕਰੋਗੇ ਤਾਂ ਸੋਡੀਅਮ ਵੀ 2 ਹੋ ਜਾਊਗਾ। ਜਦੋਂ 2 ਸੋਡੀਅਮ ਆ ਗਿਆ, ਸੈਕੰਡ ਇਕੁਏਸ਼ਨ CH3COONH 1 ਸੋਡੀਅਮ ਹੈ, ਮਾਈਨਸ ਕਰਨ ਦੇ ਲਈ ਦਾ ਮਤਲਬ ਇਹਨੂੰ ਵੀ 2 ਨਾਲ ਮਲਟੀਪਲਾਈ ਕਰੋਗੇ ਤਾਂ ਆਪਸ 'ਚ ਇਹ ਕੱਟ ਜਾਊਗਾ। ਉਹੀ ਕੀਤਾ ਮੈਂ। ਇਕੁਏਸ਼ਨ ਇਹ ਸੈਕੰਡ ਸੀ ਜਾਂ ਥਰਡ ਸੀ, ਹਾਂ ਫੋਰਥ ਸੀ। ਮੈਂ ਫੋਰਥ ਪਲੱਸ 2 ਇੰਟੂ ਸੈਕੰਡ ਮਾਈਨਸ 2 ਇੰਟੂ ਥਰਡ ਕਰਤਾ। ਕੀ ਮਿਲਿਆ ਮੈਨੂੰ? ਉਹ ਸਾਰੀਆਂ ਵੈਲਿਊਜ਼ ਨੂੰ ਐਜ਼ ਇਟ ਇਜ਼ ਮੈਂ ਲਿਖ ਲਿਆ। Mg2 ਪੋਜ਼ਿਟਿਵ, CH3COO ਨੈਗੇਟਿਵ ਲੇਕਿਨ 2 ਅੱਗੇ ਆਊਗਾ, ਪਲੱਸ 2 ਇੰਟੂ ਸੋਡੀਅਮ ਪੋਜ਼ਿਟਿਵ ਹੋ ਗਏ, 2 ਇੰਟੂ CH3CO ਨੈਗੇਟਿਵ ਆ ਗਿਆ, 2 ਸੋਡੀਅਮ ਪੋਜ਼ਿਟਿਵ ਫਿਰ ਆ ਗਏ ਅਤੇ 2I ਨੈਗੇਟਿਵ ਆ ਗਏ। ਸੋਡੀਅਮ ਨਾਲ ਸੋਡੀਅਮ ਕੱਟ ਗਿਆ, CH3CO ਨੈਗੇਟਿਵ ਨਾਲ ਉਹ ਕੱਟ ਗਿਆ। ਬਚਿਆ ਕੀ? ਜੋ ਆਪਣੀ ਰਿਕੁਆਇਰਮੈਂਟ ਸੀ। ਤਾਂ ਆਪਣੀ ਰਿਕੁਆਇਰਮੈਂਟ ਫਿਲ ਹੋ ਗਈ। ਉਸ ਤੋਂ ਬਾਅਦ ਅਗਰ ਜਦੋਂ ਇਹ ਤੁਹਾਡੀ ਫਿਲ ਹੋ ਗਈ, ਗਲਤੀ ਦੇ ਚਾਂਸ ਘਟਣਗੇ। ਜਦੋਂ ਇਹ ਫਿਲ ਹੋ ਗਈ ਉਸ ਤੋਂ ਬਾਅਦ ਤੁਸੀਂ ਇਹਨਾਂ ਦੀਆਂ ਕੋਰਸਪੋਂਡਿੰਗ ਵੈਲਿਊਜ਼ ਨੂੰ ਜਿਹੜਾ ਹੈਗਾ ਉੱਦਾਂ ਹੀ, ਜਿਵੇਂ ਇਹਨੂੰ ਪਲੱਸ ਮਾਈਨਸ ਕੀਤਾ ਸੀ 2 ਨਾਲ 3 ਨਾਲ ਜੋ ਵੀ ਹੋ ਸਕਦਾ, ਉਹਨਾਂ ਨੂੰ ਕੋਰਸਪੋਂਡਿੰਗ ਵੈਲਿਊਜ਼ ਦੇ ਨਾਲ ਤੁਸੀਂ ਮਲਟੀਪਲਾਈ ਕਰਕੇ ਪਲੱਸ ਮਾਈਨਸ ਕਰੋਗੇ, ਤੁਹਾਡਾ ਰਿਜ਼ਲਟੈਂਟ ਜਿਹੜਾ ਹੈਗਾ ਇੱਥੇ ਇਸ ਕੁਐਸਚਨ ਦਾ 25.96 ਆ ਰਿਹਾ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਕੈਟਾਗਰੀ ਥੋੜ੍ਹੀ ਜਿਹੀ ਹੋਰ ਚੇਂਜ ਹੁੰਦੀ ਹੈ। ਕਹਿੰਦਾ ਐਟ ਇਨਫਾਈਨਾਈਟ ਜਿਹੜੀ ਹੈਗੀ ਹੈ ਮੋਲਰ ਕੰਡਕਟੈਂਸ MgCl2 ਦੀ ਜਿਹੜੀ ਹੈਗੀ ਹੈ ਉਹ ਗਿਵਨ ਹੈ। ਕੀ ਗਿਵਨ ਹੈ? Mg2 ਪੋਜ਼ਿਟਿਵ ਦੀ ਇਕੱਲੇ ਦੀ 106.1 ਹੈ ਅਤੇ Cl ਨੈਗੇਟਿਵ ਦੀ ਇਕੱਲੇ ਦੀ 76.3 ਹੈ। MgCl2 ਦੀ ਫਾਈਂਡ ਕਰਨੀ ਹੈ। ਕੀ ਅਬਜ਼ਰਵ ਕਰਾਂਗੇ ਆਪਾਂ? ਫਾਈਂਡ ਕਰਨਾ MgCl2। ਸਪਲਿਟ ਕਿੱਦਾਂ ਹੋ? Mg2 ਪੋਜ਼ਿਟਿਵ ਅਤੇ 2 Cl ਨੈਗੇਟਿਵ ਦੇ ਵਿੱਚ। ਹੁਣ Mg ਦੀ ਇਕੱਲੇ ਦਿੱਤੀ ਹੋਈ ਹੈ, Cl ਦੀ ਇਕੱਲੇ ਦਿੱਤੀ ਹੋਈ ਹੈ। ਇੱਥੇ ਗਲਤੀ ਦੇ ਚਾਂਸ ਨਹੀਂ ਹੋਣੇ ਚਾਹੀਦੇ। Cl ਦੀ ਇਕੱਲੇ ਦੀ ਹੈ। ਆਨਸਰ ਆਪਾਂ ਨੂੰ ਚਾਹੀਦਾ 2 Cl ਦਾ, ਕਿਉਂਕਿ MgCl2 ਸਪਲਿਟ 2 Cl ਦੇ ਰਿਹਾ। ਤਾਂ ਮਲਟੀਪਲਾਈ ਕਰਕੇ ਜਸਟ ਪਲੱਸ ਕਰਨਾ ਤਾਂ ਛੋਟਾ ਜਿਹਾ ਕੁਐਸਚਨ ਬਣਦਾ, ਬਟ ਇਹ ਵੈਰਾਈਟੀ ਕੈਟਾਗਰੀ ਨੈਕਸਟ ਹੈਗੀ ਹੈ। ਤਾਂ ਇੱਥੋਂ ਆਪਣਾ ਰਿਜ਼ਲਟ ਕੀ ਨਿਕਲਿਆ? 258.7। ਨੈਕਸਟ ਕੁਐਸਚਨ ਜਿਹੜਾ ਇਹਦੇ 'ਚ ਫੋਰਥ ਕੈਟਾਗਰੀ ਥੋੜ੍ਹੀ ਜਿਹੀ ਮੈਂ ਡਿਸਕਸ ਕਰਾਉਣਾ। ਇਹਦੇ 'ਚ ਕਹਿੰਦਾ ਦਾ ਮੋਲਰ ਕੰਡਕਟੀਵਿਟੀ ਐਟ ਇਨਫਾਈਨਾਈਟ ਕਿਹਦੇ ਲਈ? Al2SO4 ਥਰਾਈਸ ਇਜ਼ 858। Al2SO4 ਥਰਾਈਸ ਕੀ ਹੈ? 858 ਹੈ। ਐਟ ਇਨਫਾਈਨਾਈਟ ਫਾਈਂਡ ਕਰਨੀ ਹੈ Al3 ਪੋਜ਼ਿਟਿਵ ਦੀ ਵੈਲਿਊ ਕਿੰਨੀ ਹੋਊਗੀ ਇਹਦੇ ਵਿੱਚੋਂ। ਅਤੇ ਇਨਫਾਈਨਾਈਟ ਦੇ ਉੱਪਰ SO4 2 ਨੈਗੇਟਿਵ ਦੀ ਇਹਨਾਂ ਨੇ 160 ਆਪਾਂ ਨੂੰ ਦੱਸ ਦਿੱਤੀ ਹੈਗੀ ਹੈ ਨਾ। ਤਾਂ ਇਹਦੇ ਵਿੱਚ ਫਿਰ ਉਹੀ ਸਭ ਤੋਂ ਪਹਿਲਾ ਕੰਮ ਕੀ ਹੋਊਗਾ? ਸਪਲਿਟਿੰਗ ਹੋਊਗਾ। ਐਟ ਇਨਫਾਈਨਾਈਟ Al2SO4 ਥਰਾਈਸ ਜਿਹੜਾ ਸਪਲਿਟ ਹੋਊਗਾ 2 Al ਪੋਜ਼ਿਟਿਵ ਹੋ ਜਾਣਗੇ, 3 ਪੋਜ਼ਿਟਿਵ ਆਊਗਾ ਇੱਥੇ, 2 Al 3 ਪੋਜ਼ਿਟਿਵ ਹੋ ਗਿਆ ਅਤੇ ਉਸ ਤੋਂ ਬਾਅਦ 3 ਜਿਹੜੇ ਹੈਗੇ ਨੇ SO4 ਜਿਹੜੇ ਹੈਗੇ ਨੇ 2 ਨੈਗੇਟਿਵ ਆ ਜਾਣਗੇ ਆਪਣੇ, ਹੈ ਨਾ। ਤਾਂ ਇਹਦੇ ਵਿੱਚ ਆਪਾਂ ਉਹਨੂੰ ਐਜ਼ ਇਟ ਇਜ਼ ਯੂਜ਼ ਕਰਾਂਗੇ। ਜਦੋਂ ਇਹਨਾਂ ਨੇ ਇਹਨਾਂ ਦੀ ਵੈਲਿਊ ਦੇ ਰੱਖੀ ਆਪਾਂ ਨੂੰ, Al2SO ਥਰਾਈਸ ਦੀ ਵੈਲਿਊ ਇਹਨਾਂ ਨੇ ਦਿੱਤੀ ਹੋਈ ਹੈ, ਕਿੰਨੀ ਦਿੱਤੀ ਹੈਗੀ? 858। ਇੱਥੇ 3 ਪੋਜ਼ਿਟਿਵ ਕਰ ਰਿਹਾ ਮੈਂ, ਸਪਲਿਟਿੰਗ ਦਾ ਧਿਆਨ ਰੱਖਣਾ। ਹਾਂਜੀ, ਤਾਂ ਇਹਦੀ ਵੈਲਿਊ ਆਪਾਂ ਨੂੰ 858 ਇਹਨਾਂ ਨੇ ਦੇ ਰੱਖੀ ਹੈ, SO4 ਦੀ ਦੇ ਰੱਖੀ ਹੈ, Al3 ਪੋਜ਼ਿਟਿਵ ਦੀ ਵੈਲਿਊ ਇਹਨਾਂ ਨੇ ਪੁੱਛੀ ਹੈ। ਹੁਣ ਐਜ਼ ਇਟ ਇਜ਼ ਇਕੁਏਸ਼ਨ ਦੇ ਵਿੱਚ ਇਹਦੀ ਵੈਲਿਊ ਆ ਲਿਖਤੀ, 2 ਇੰਟੂ Al3 ਪੋਜ਼ਿਟਿਵ ਐਜ਼ ਇਟ ਇਜ਼ ਰੱਖ ਲਿਆ, ਕਿਉਂਕਿ ਫਾਈਂਡ ਕਰਨਾ ਹੈ। SO4 ਦੀ 1 ਦੀ ਦਿੱਤੀ ਹੈ, ਲੇਕਿਨ ਆਪਣੇ ਕੋਲ ਇਸ ਦੇ ਵਿੱਚ ਸਪਲਿਟਿੰਗ ਦੇ ਵਿੱਚ 3 ਆਏ, ਤਾਂ 3 ਇੰਟੂ ਕਰਾਂਗੇ ਆਪਾਂ। ਤਾਂ ਨੈਟ ਰਿਜ਼ਲਟੈਂਟ 2 Al3 ਪੋਜ਼ਿਟਿਵ ਇੱਕ ਸਾਈਡ 'ਤੇ ਲੈ ਗਿਆ, ਇਹਨੂੰ 3 ਨਾਲ ਮਲਟੀਪਲਾਈ ਕਰਕੇ ਇਹਨੂੰ ਇੱਧਰ ਲੈ ਕੇ ਆਏ ਤਾਂ ਆਪਣਾ 378 ਦੀ ਵੈਲਿਊ ਆਈ। ਤਾਂ ਇਕੱਲੇ Al3 ਪੋਜ਼ਿਟਿਵ ਦੀ ਕੀ ਹੋ ਜੂਗੀ? 2 Al3 ਪੋਜ਼ਿਟਿਵ ਦੀ 378 ਹੈ ਤਾਂ 1 ਦੀ ਡਿਵਾਈਡ ਬਾਈ 2 ਕਰਕੇ 189 ਹੋ ਜਾਏਗਾ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਹੈਗਾ ਨੈਕਸਟ ਕੁਐਸਚਨ, ਥੋੜ੍ਹੀ ਜਿਹੀ ਕੈਟਾਗਰੀ ਫੇਰ ਅੱਗੇ ਚੇਂਜ ਹੋ ਰਹੀ ਹੈ। ਇਹਦੇ ਵਿੱਚ ਕੀ ਆਉਂਦਾ ਹੈ? ਕੰਡਕਟੀਵਿਟੀ ਆਫ 0.00241 ਮੋਲਰ, 0.00241 ਮੋਲਰ ਜਿਹੜਾ ਹੈਗਾ ਐਸਿਡਿਕ ਐਸਿਡ CH3COOH ਦੀ ਜਿਹੜੀ ਹੈਗੀ ਹੈ ਇਜ਼ ਕੰਡਕਟੀਵਿਟੀ ਦੱਸਿਆ ਇਹਨਾਂ ਨੇ, ਧਿਆਨ ਰੱਖਿਓ, ਕੰਡਕਟੈਂਸ ਨਹੀਂ ਕਿਹਾ, ਕੰਡਕਟੀਵਿਟੀ। ਕੰਡਕਟੀਵਿਟੀ ਕੀ ਹੁੰਦੀ ਹੈ? K ਕਾਪਾ, ਹੈ ਨਾ।
is 7.89 10 raised to power minus 5. Find molar conductivity. ਮੋਲਰ ਕੰਡਕਟੀਵਿਟੀ ਕਹਿ ਦਿੰਦੇ ਆ ਜਾਂ ਕੱਲਾ ਕੰਡਕਟੈਂਸ ਕਹਿ ਦਿੰਦੇ ਆ। ਜੇ ਕੱਲੀ ਕੰਡਕਟੀਵਿਟੀ ਕਿਹਾ ਉਹਦਾ ਮਤਲਬ K ਹੈ, ਕੱਪ ਹੈ, ਯਾਦ ਰੱਖ ਲਿਓ। ਹਾਂਜੀ, ਮੋਲਰ ਕੰਡਕਟੈਂਸ ਔਰ ਮੋਲਰ ਕੰਡਕਟੀਵਿਟੀ ਐਂਡ ਗਿਵਨ ਕੀ ਹੈ ਇਨਫਾਈਨਾਈਟ ਦੇ ਉੱਪਰ ਜਿਹੜੀ ਹੈਗੀ ਹੈ ਐਸਟਿਕ ਐਸਿਡ ਦੀ ਵੈਲਿਊ ਕਿੰਨੀ ਹੁੰਦੀ ਆ 390.5 ਇਹ ਵੀ ਗਿਵਨ ਹੈ। ਅਤੇ ਇਹਨਾਂ ਨੇ ਕਿਹਾ ਡਿਸੋਸੀਏਸ਼ਨ ਕਾਂਸਟੈਂਟ ਮਤਲਬ ਅਲਫਾ ਵੀ ਇਹਦਾ ਫਾਈਂਡ ਕਰੋ। ਤਾਂ ਫਿਰ ਮੋਲਰ ਕੰਡਕਟੈਂਸ ਜਿਹੜੀ ਫਾਈਂਡ ਕਰਨ ਦਾ ਮੈਥਡ ਤੁਹਾਨੂੰ ਮੈਂ ਇੱਕ ਨੂਮੈਰੀਕਲ ਸਟਾਰਟਿੰਗ ਦੇ ਵਿੱਚ ਇਕੁਏਸ਼ਨ ਲਿਖਾਈ ਸੀ। ਮੋਲਰ ਕੰਡਕਟੈਂਸ ਐਟ ਐਨੀ ਕੰਸਨਟ੍ਰੇਸ਼ਨ ਕੀ ਹੁੰਦਾ K into 1000 upon molarity। K ਦੀ ਵੈਲਿਊ ਇਹਨਾਂ ਨੇ ਦਿੱਤੀ ਹੋਈ ਹੈ 7.89 10 raised to power minus 5, 1000 ਕੌਂਸਟੈਂਟ ਹੈ। ਮੋਲੈਰਿਟੀ ਇਹਨਾਂ ਨੇ ਆਦੇ ਰੱਖਿਆ ਕੰਡਕਟੀਵਿਟੀ ਆਫ ਦਿਸ ਮੋਲਰ ਮਤਲਬ ਕੰਸਨਟ੍ਰੇਸ਼ਨ ਦਿੱਤੀ ਹੋਈ ਆ ਕਿੰਨਾ 0.00241 ਹੋ ਗਿਆ। ਤਾਂ ਇਹਨੂੰ ਅਪਲਾਈ ਕਰਕੇ ਜਦੋਂ ਤੁਸੀਂ ਪਲੱਸ ਮਾਈਨਸ ਕਰੋਗੇ ਤਾਂ ਆਪਣਾ ਰਿਜ਼ਲਟੈਂਟ ਜਿਹੜਾ 32.76 ਆ ਜਾਊਗਾ। ਉਸ ਤੋਂ ਬਾਅਦ ਵੀਕ ਦੇ ਲਈ ਜਿਹੜੇ ਆਪਾਂ ਤੁਹਾਨੂੰ ਇੱਕ ਪੁਆਇੰਟ ਲਿਖਾਇਆ ਸੀਗਾ ਕਿ ਡਿਗਰੀ ਆਫ ਡਿਸੋਸੀਏਸ਼ਨ ਅਤੇ ਡਿਸੋਸੀਏਸ਼ਨ ਕਾਂਸਟੈਂਟ ਦੇ ਫਾਰਮੂਲਾਜ਼ ਡਾਇਰੈਕਟ ਲਿਖਾਏ ਸੀਗੇ। ਡਿਗਰੀ ਆਫ ਡਿਸੋਸੀਏਸ਼ਨ ਜਿਹਨੂੰ ਅਲਫਾ ਕਹਿੰਦੇ ਆ ਕਿਉਂਕਿ ਇਹ ਵੀ ਪੁੱਛਿਆ ਹੈਗਾ ਆਪਣੇ ਤੋਂ, ਉਹ ਕੀ ਹੋਊਗਾ ਮੋਲਰ ਕੰਡਕਟੈਂਸ ਜਿਹੜੀ ਐਟ ਐਨੀ ਕੰਸਨਟ੍ਰੇਸ਼ਨ ਡਿਵਾਈਡਡ ਬਾਈ ਮੋਲਰ ਕੰਡਕਟੈਂਸ ਐਟ ਇਨਫਾਈਨਾਈਟ ਡਿਲੂਸ਼ਨ। ਕਿਸੇ ਕੰਸਨਟ੍ਰੇਸ਼ਨ ਦੇ ਡਿਵਾਈਡ ਬਾਈ ਇਨਫਾਈਨਾਈਟ ਡਿਲੂਸ਼ਨ ਦੇ ਉੱਪਰ ਜਦੋਂ ਡਿਵਾਈਡ ਕਰ ਦਾਂਗੇ ਦੋਨਾਂ ਨੂੰ ਤਾਂ ਵੈਲਿਊ ਜਿਹੜੀ ਹੈਗੀ ਅਲਫਾ ਦੀ ਆਉਂਦੀ ਹੈ ਵੀਕ ਦੇ ਕੇਸ ਦੇ ਵਿੱਚ। ਹੁਣ ਇੱਥੇ ਕੀ ਹੈਗਾ ਐਟ ਐਨੀ ਕੰਸਨਟ੍ਰੇਸ਼ਨ ਆਪਾਂ ਹੁਣੇ ਫਾਈਂਡ ਕੀਤਾ 32.76 ਅਤੇ ਐਟ ਇਨਫਾਈਨਾਈਟ ਜਿਹੜਾ ਹੈਗਾ ਇਹਨਾਂ ਨੇ ਕੁਐਸਚਨ ਦੇ ਵਿੱਚ ਗਿਵਨ ਹੈ 390.5 ਹੈ। ਦੋਨਾਂ ਨੂੰ ਡਿਵਾਈਡ ਕੀਤਾ 0.084 ਜਿਹੜਾ ਹੈਗਾ ਇਹਦੀ ਵੈਲਿਊ ਆ ਗਈ। ਨੈਕਸਟ ਥਰਡ ਪੁਆਇੰਟ ਇੱਕ ਮੈਂ ਨਾਲ ਹੀ ਐਕਸਟਰਾ ਕਰਵਾ ਦਿੰਦਾ ਕਿ ਡਿਸੋਸੀਏਸ਼ਨ ਕਾਂਸਟੈਂਟ ਇਹਦਾ ਕਿਵੇਂ ਫਾਈਂਡ ਕਰਾਂਗੇ ਕੀ ਹੁੰਦਾ। ਉਹਦਾ ਫਾਰਮੂਲਾ ਆਪਾਂ ਕੀਤਾ ਸੀ C alpha square upon 1 minus alpha। ਹੁਣ ਇਹਦੇ 'ਚ C ਕੀ ਹੈ ਕੰਸਨਟ੍ਰੇਸ਼ਨ। ਕੰਸਨਟ੍ਰੇਸ਼ਨ ਕੀ ਹੁੰਦੀ ਹੈ ਕੋਈ ਵੀ ਟਰਮ ਹੋ ਸਕਦੀ ਹੈ ਮੋਲੈਰਿਟੀ, ਨੋਰਮੈਲਿਟੀ, ਮੋਲੈਰਿਟੀ ਉਹ ਸੋਲਿਊਸ਼ਨ ਚੈਪਟਰ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ। ਤਾਂ C ਦੀ ਵੈਲਿਊ ਡਾਇਰੈਕਟ ਪੁੱਟ ਕਰ ਦਿਓ ਕਿੰਨੀ 0.00241 ਇਨਟੂ ਅਲਫਾ ਹੁਣੇ ਆਪਾਂ ਫਾਈਂਡ ਕੀਤਾ 0.084 ਲੈ ਲਓ ਚਾਹੇ 0.0839 ਜੋ ਐਗਜ਼ੈਕਟ ਵੈਲਿਊ ਹੈ ਇਹਦੀ 84 ਹੀ ਲੈ ਕੇ ਚੱਲੋ। ਉਹਦਾ ਸਕੇਅਰ ਕੀਤਾ ਡਿਵਾਈਡ ਬਾਈ 1 ਮਾਈਨਸ ਅਲਫਾ 1 ਮਾਈਨਸ 0.08 ਕੀਤਾ ਤਾਂ ਆਪਣੇ ਕੋਲ K ਦੀ ਵੈਲਿਊ ਜਿਹੜੀ ਕੈਲਕੂਲੇਟ ਹੋਈ ਉਹ ਕੀ ਹੈ 1.85 into 10 raised to power minus 5 ਆ ਗਈ ਜੀ। ਠੀਕ ਹੈ ਜੀ, ਇਹ ਵੀ ਨੈਕਸਟ ਕੈਟਾਗਰੀ ਹੋ ਗਈ। ਉਸ ਤੋਂ ਬਾਅਦ ਇੱਕ ਨੈਕਸਟ ਆਪਾਂ ਕਰਦੇ ਆਂਗੇ ਫੈਰਾਡੇ ਲਾਅ। ਅਤੇ ਇਹ ਕੀ ਸੀਗੇ ਕੈਲਰੋਸ਼ ਲਾਅ ਦੇ ਕੁਛ ਨੂਮੈਰੀਕਲ ਕੈਟਾਗਰੀ ਵਾਈਜ਼ ਜਿਹੜੇ ਹੈਗੇ ਡਿਸਕਸ ਕੀਤੇ। ਬਾਕੀ ਮੈਂ ਹੋਮਵਰਕ ਤੁਹਾਨੂੰ ਦੇਵਾਂਗਾ। ਹੁਣ ਨੈਕਸਟ ਜਿਹੜੇ ਹੈਗੇ ਨੇ ਨੈਕਸਟ ਕੈਟਾਗਰੀ ਸੈਕਿੰਡ ਮੈਂ ਫੈਰਾਡੇ ਦੀ ਕੁਛ ਅੱਜ ਡਿਸਕਸ ਕਰਦੇ ਹਾਂ। ਫੈਰਾਡੇ ਲਾਅ ਦੇ ਕਾਫੀ ਨੂਮੈਰੀਕਲ ਨੇ ਦੇ ਬਹੁਤ ਜ਼ਿਆਦਾ ਵੈਰਾਈਟੀ ਹੈ ਉਹਦੇ 'ਚੋਂ ਕੁਛ ਕੈਟਾਗਰੀ ਅੱਜ ਆਪਾਂ ਡਿਸਕਸ ਕਰਾਂਗੇ। ਪਹਿਲੀ ਕੈਟਾਗਰੀ ਦੇ ਵਿੱਚ ਕੀ ਹੈ ਸਿੰਪਲ ਇਹ ਕੀ ਕਹਿੰਦੇ ਕੁਐਸਚਨ ਹੈ ਕਹਿੰਦਾ ਸੋਲਿਊਸ਼ਨ ਆਫ ਕਾਪਰ ਸਲਫੇਟ ਇਜ਼ ਇਲੈਕਟ੍ਰੋਲਾਈਜ਼ਡ ਮਤਲਬ ਇਲੈਕਟ੍ਰੋਲਿਸਿਸ ਹੋਈ ਹੈ ਫॉर 10 ਮਿੰਟ ਵਿਦ ਏ ਕਰੰਟ ਆਫ 1.5 ਐਂਪੀਅਰ ਫਾਈਂਡ ਮਾਸ ਡਿਪੋਜ਼ਿਟ ਆਫ ਕਾਪਰ। ਤਾਂ ਫੈਰਾਡੇ ਦਾ ਫਸਟ ਲਾਅ ਦੇ ਅਕੋਰਡਿੰਗ ਹੀ ਮੈਂ ਤੁਹਾਨੂੰ ਦੱਸਿਆ ਹੋਇਆ ਵੇਟ ਡਿਪੋਜ਼ਿਟ ਦਾ ਫਾਰਮੂਲਾ ਕੀ ਹੁੰਦਾ ਹੈ। ਵੇਟ ਡਿਪੋਜ਼ਿਟ ਕੀ ਹੁੰਦਾ ਹੈ ਮੋਲਰ ਮਾਸ। ਹੁਣ ਕਈ ਬੁੱਕਸ ਦੇ ਵਿੱਚ ਅਲੱਗ-ਅਲੱਗ ਢੰਗ ਨਾਲ ਕੱਢੇ ਹੋਏ ਨੇ, ਆਪਾਂ ਜ਼ਿਆਦਾ ਨਹੀਂ ਚੇਤੇ ਰੱਖਣਾ। ਆਪਣਾ ਸਿਰਫ ਜਿਹੜੇ ਮੈਂ ਤੁਹਾਨੂੰ ਦੋ ਫਾਰਮੂਲਾਜ਼ ਕਰਵਾਏ ਨੇ ਉਹਦੇ ਨਾਲ ਤੁਹਾਡੇ 99.9% ਜਿਹੜੇ ਨੂਮੈਰੀਕਲ ਕਵਰ ਹੋਣਗੇ। ਜਿਹੜਾ 0.01% ਜਿਹੜਾ ਬਚਦਾ ਉਹ ਸਪੈਸ਼ਲ ਕੈਟਾਗਰੀ ਹੋਊ, ਉਹ ਵੀ ਮੈਂ ਤੁਹਾਨੂੰ ਦੱਸੂਗਾ ਉਹ ਜਦੋਂ ਆਪਾਂ ਰੈਗੂਲਰ ਕਲਾਸਿਸ ਆਪਣੀਆਂ ਲੱਗੀਆਂ ਉੱਥੇ ਪਹਿਚਾਣ ਦੱਸੋ ਉਹਨਾਂ ਦੀ ਕੁਐਸਚਨ ਦੀ। ਤਾਂ ਆਪਣੇ ਜ਼ਿਆਦਾਤਰ ਆਪਾਂ ਯਾਦ ਰੱਖਣਾ ਜਿਹੜਾ ਮੇਨ ਫਾਰਮੂਲਾਜ਼ ਦੋ ਦੱਸੇ ਨੇ ਤੁਹਾਨੂੰ। ਵੇਟ ਡਿਪੋਜ਼ਿਟ ਵਾਲਾ ਫਾਰਮੂਲਾ ਜਿਹੜਾ ਹੈਗਾ ਉਹ ਕੀ ਹੈਗਾ W ਕੀ ਹੁੰਦਾ ਮੋਲਰ ਮਾਸ ਇੰਟੂ I ਇੰਟੂ T ਅਪੋਨ FX। ਹੁਣ ਇੱਥੇ ਮੋਲਰ ਮਾਸ ਕੀ ਹੈ ਕਾਪਰ ਦਾ ਤੁਹਾਨੂੰ ਪਤਾ ਕੀ ਹੁੰਦਾ 63.5 ਹੁੰਦਾ। I ਕੀ ਹੈ ਕਰੰਟ, ਇਹਨਾਂ ਨੇ ਕੀ ਕਿਹਾ ਹੈ ਕਰੰਟ 1.5 ਐਂਪੀਅਰ ਦਾ। T ਕੀ ਹੁੰਦਾ ਟਾਈਮ, ਕਿੰਨੇ ਟਾਈਮ ਲਈ ਪਾਸ ਕੀਤਾ 10 ਮਿੰਟ ਲਈ ਪਾਸ ਕੀਤਾ। ਲੇਕਿਨ 10 ਨੂੰ ਆਪਾਂ ਕਾਹਦੇ 'ਚ ਸੈਕਿੰਡ ਦੇ ਵਿੱਚ ਕਨਵਰਟ ਕਰਾਂਗੇ 10 ਮਿੰਟ ਇੰਟੂ 60 ਸੈਕਿੰਡ ਮੈਂ ਇਹਦਾ ਲਿਖ ਲਿਆ। F ਕੀ ਹੈ ਕਾਂਸਟੈਂਟ ਹੁੰਦਾ ਫੈਰਾਡੇ ਕਾਂਸਟੈਂਟ ਹੁੰਦਾ ਉਹਨੂੰ ਐਜ਼ ਇਟ ਇਜ਼ 96500 ਲਿਖ ਲਿਆ। X ਜਿਹੜਾ ਫੈਕਟਰ ਹੈ ਸਿੰਪਲ ਹੈ, ਅਗਰ ਮੈਂ ਕਾਪਰ ਸਲਫੇਟ ਨੂੰ ਸਪਲਿਟ ਕਰੂੰਗਾ ਤਾਂ ਕੀ ਬਣੂਗਾ ਕਾਪਰ 2 ਪੋਜ਼ੀਟਿਵ ਅਤੇ SO4 2 ਨੈਗੇਟਿਵ। ਕਹਿਣ ਦਾ ਭਾਵ 2 ਇਲੈਕਟ੍ਰੋਨ ਦਾ ਟਰਾਂਸਫਰ ਹੋ ਰਿਹਾ ਹੈ ਨਾ। ਤਾਂ ਫਿਰ ਕੁੱਲ ਮਿਲਾ ਕੇ ਆਪਾਂ ਨੂੰ ਪਤਾ ਚੱਲ ਗਿਆ ਗਿਵ ਐਂਡ ਟੇਕ ਜਾਂ ਆਕਸੀਡੇਸ਼ਨ ਰਿਡਕਸ਼ਨ ਕਿੰਨੇ ਦੀ ਹੋ ਰਹੀ ਹੈ 2 ਦੀ ਹੋ ਰਹੀ ਹੈ। ਤਾਂ ਆਪਣਾ X ਫੈਕਟਰ ਕੀ ਆ ਗਿਆ ਜੀ 2 ਆ ਗਿਆ। ਜਸਟ ਉਸ ਤੋਂ ਬਾਅਦ ਕੈਲਕੂਲੇਸ਼ਨ ਵੱਧ ਜਾਂਦੀਆਂ ਕੀ ਆਇਆ ਕੈਲਕੂਲੇਟ ਕਰਕੇ 0.296 ਗ੍ਰਾਮ ਜਿਹੜਾ ਇਹਦਾ ਆਨਸਰ ਆਏਗਾ ਜੀ।
ਉਸ ਤੋਂ ਬਾਅਦ ਨੈਕਸਟ ਕੈਟਾਗਰੀ ਬੜੇ ਸਿੰਪਲ ਕੁਐਸਚਨ ਨੇ ਬਟ ਹੈ ਟਵਿਸਟ ਕੀਤੇ ਹੁੰਦੇ ਨੇ, ਹੈ ਨਾ, ਬੜਾ ਇੰਪੋਰਟੈਂਟ ਨੇ। ਅਗਰ ਸਮਝ ਆ ਗਿਆ ਤਾਂ 1 ਲਾਈਨ ਦੇ ਵਿੱਚ ਤੁਹਾਨੂੰ ਆਨਸਰ ਮਿਲ ਜਾਊਗਾ। ਕੰਪੀਟੀਸ਼ਨ 'ਚ ਬੜੇ ਕੁਐਸਚਨ ਮਿਲਣਗੇ ਇਹਦੇ। ਕੁਐਸਚਨ ਹੈ ਸਿੰਪਲ ਜਿਹਾ, ਕਹਿੰਦਾ ਹਾਊ ਮੈਨੀ ਮੋਲਸ ਆਫ electrons are required to reduce 1 mole of MnO4 negative to Mn2 positive। ਕਿੰਨੇ ਮੋਲ ਇਲੈਕਟ੍ਰੋਨ ਦੇ ਚਾਹੀਦੇ ਹੋਣਗੇ, ਕੈਟਾਗਰੀ ਦੱਸ ਰਿਹਾ ਮੈਂ। ਕਹਿੰਦੇ 1 ਮੋਲ ਕਨਵਰਟ ਕਰਨਾ ਹੈ MnO4 ਨੈਗੇਟਿਵ ਦਾ Mn2 ਪੋਜ਼ਿਟਿਵ 'ਚ। ਹੁਣ ਇਹਨੂੰ ਅਗਰ ਆਪਾਂ ਸੋਚਣ ਲੱਗ ਜਾਈਏ ਤਾਂ ਇਹਦੇ ਕਈ ਮੈਥਡ ਨੇ ਕਰਨ ਦੇ, ਪਰ ਲੇਕਿਨ ਸਭ ਤੋਂ ਆਸਾਨ ਅਤੇ ਸਭ ਤੋਂ ਜਿਹੜਾ ਹੈਗਾ ਯੂਜ਼ਫੁਲ ਮੈਥਡ, ਜਿਹਦੇ ਨਾਲ ਗਲਤੀ ਦੇ ਚਾਂਸ ਬਹੁਤ ਘੱਟ ਹੁੰਦੇ ਨੇ, ਇਹ ਕੀ ਹੈ? ਸਿੰਪਲ ਕੀ ਤੁਸੀਂ ਕਰਨਾ ਇਸ ਕੈਟਾਗਰੀ ਨੂੰ, ਅਗਰ ਇੱਦਾਂ ਦਾ ਕੁਐਸਚਨ ਆਉਂਦਾ ਜਿਹਨੂੰ ਕਨਵਰਟ ਕਰਨਾ, ਜਿਹਦੇ 'ਚ ਕਰਨਾ, ਉਹਨਾਂ ਦੋਨਾਂ ਦੇ ਵਿੱਚ ਜਿਹੜਾ ਕਾਮਨ ਐਲੀਮੈਂਟ ਆ ਉਹਦੀ ਆਕਸੀਡੇਸ਼ਨ ਸਟੇਟ ਫਾਈਂਡ ਕਰ ਲਓ। MnO4 ਨੈਗੇਟਿਵ ਵਿੱਚ ਮੈਂ Mn ਦੀ ਲੈ ਲਈ, ਲੈਟ X ਹੈ। ਆਕਸੀਜਨ -2 ਹੁੰਦਾ ਹੈ, 4 ਆਕਸੀਜਨ ਦੇ -8 ਹੋ ਗਿਆ, ਇਜ਼ ਇਕਲ ਟੂ -1, ਕਿਉਂਕਿ ਇਹਨਾਂ ਦਾ ਚਾਰਜ -1 ਹੈ ਤਾਂ X ਦੀ ਵੈਲਿਊ +7 ਆ ਗਈ। ਅਤੇ ਇੱਥੇ ਜਿਹੜਾ I ਨਹੀਂ ਹੈ, Mn2 ਪੋਜ਼ੀਟਿਵ, ਇਹਦਾ ਮਤਲਬ ਇਹਦੀ ਵੈਲਿਊ 2 ਹੈ। ਤਾਂ ਟਰਾਂਸਫਰ ਕਿੰਨੇ ਦਾ ਹੋ ਰਿਹਾ ਜੀ? +7 ਤੋਂ +2 ਦੇ ਵਿੱਚ 5 ਦਾ ਟਰਾਂਸਫਰ ਹੋ ਰਿਹਾ। ਤਾਂ ਜਿੰਨੇ ਦਾ ਟਰਾਂਸਫਰ ਹੋ ਗਿਆ ਉਨੇ ਫੈਰਾਡੇ ਚਾਹੀਦੇ ਹੋਣਗੇ ਜਾਂ ਉਨੇ ਮੋਲ ਚਾਹੀਦੇ ਹੋਣਗੇ। ਹੁਣ ਇਹਨਾਂ ਨੇ ਕਿੰਨੇ ਮੋਲ? 1 ਮੋਲ ਦੇ ਲਈ ਕਿੰਨੇ ਚਾਹੀਦੇ ਹੋਣਗੇ? ਆਪਣੇ ਕੋਲੇ 5 ਮੋਲ ਆਫ ਇਲੈਕਟ੍ਰੋਨ ਚਾਹੀਦੇ ਹੋਣਗੇ। ਆਨਸਰ ਹੈ। ਕਈ ਕੁਐਸਚਨ ਜੇ ਪੁੱਛੇ ਹੋਣਗੇ, ਇਹ ਪੁੱਛਣਗੇ ਕਿੰਨੇ ਫੈਰਾਡੇ ਚਾਰਜ ਚਾਹੀਦਾ, ਉਹਦੇ ਵਿੱਚ ਵੀ ਇਹੀ ਯੂਜ਼ ਹੋਊਗਾ, ਕਿੰਨੇ ਦਾ ਟਰਾਂਸਫਰ ਹੋ ਰਿਹਾ, ਉਨੇ ਫੈਰਾਡੇ ਚਾਰਜ ਚਾਹੀਦਾ, ਬਸ ਉਹਦੇ ਲਈ ਉਹਨੇ ਫੈਰਾਡੇ ਚਾਰਜ ਹੋ ਜੂ। ਹੁਣ ਇੱਥੇ ਉਹਨੇ ਮੋਲ ਉਹ ਇਲੈਕਟ੍ਰੋਨ ਹੋ ਗਏ। ਆਪਣਾ ਆਨਸਰ ਆ ਗਿਆ ਜੀ 5 ਮੋਲ ਆਫ ਇਲੈਕਟ੍ਰੋਨ। 1 ਮੋਲ ਤੁਹਾਨੂੰ ਪਤਾ ਕਿੰਨਾ ਹੁੰਦਾ ਹੈ, ਐਵੋਗੈਡਰੋ ਨੰਬਰ, ਉਹ ਸਾਰਾ ਕਲੀਅਰ ਹੈ, ਇਨਟੂ 5 ਕਰਕੇ ਤੁਹਾਡਾ ਆਨਸਰ ਆ ਜਾਊਗਾ। ਇਸੇ ਕੈਟਾਗਰੀ ਨੂੰ ਥੋੜ੍ਹਾ ਜਿਹਾ ਹੋਰ ਡਿਸਕਸ ਕਰਦਾ, ਥੋੜ੍ਹਾ ਚੇਂਜ ਕਰਕੇ। ਕਹਿੰਦਾ ਕੁਐਸਚਨ ਹੈ, ਕਹਿੰਦਾ ਹਾਊ ਮੈਨੀ ਕੂਲਮ ਆਫ ਜਿਹੜੀ ਹੈਗੀ ਹੈ ਇਲੈਕਟ੍ਰੀਸਿਟੀ ਰਿਕੁਆਇਰਡ ਹੈ ਫॉर ਆਕਸੀਡੇਸ਼ਨ ਆਫ 1 ਮੋਲ ਆਫ ਵਾਟਰ ਨੂੰ ਆਕਸੀਜਨ 'ਚ ਕਨਵਰਟ ਕਰਨਾ। ਹੁਣ ਆ ਗਿਆ ਇੱਥੇ ਉਹੀ ਗੱਲ, ਇੱਥੇ ਇਲੈਕਟ੍ਰੋਨ ਸੀ, ਇੱਥੇ ਕੂਲਮ ਚਾਰਜ ਆ ਗਿਆ। ਕਿੰਨੀ ਚਾਹੀਦੀ ਆ? 1 ਮੋਲ ਵਾਟਰ ਨੂੰ ਆਕਸੀਜਨ 'ਚ ਕਨਵਰਟ ਕਰਨ ਦੇ ਲਈ। ਇਹਦੇ ਲਈ ਫਿਰ ਉਹੀ ਚੀਜ਼ ਸਿੰਪਲ ਯੂਜ਼ ਕਰੋ। ਵਾਟਰ ਆਪਾਂ ਨੂੰ ਪਤਾ ਸਪਲਿਟ ਹੁੰਦਾ H ਪੋਜ਼ਿਟਿਵ ਤੇ OH ਨੈਗੇਟਿਵ 'ਚ। ਵਾਟਰ ਨੂੰ ਸਪਲਿਟ ਕਰੋਗੇ, ਅਨੋਡ ਤੇ ਕੈਥੋਡ ਦੇ ਉੱਪਰ ਕੀ ਹੁੰਦਾ ਹੈ, ਇੱਕ ਤਰਫ ਹਾਈਡਰੋਜਨ ਗੈਸ ਲਿਬਰੇਟ ਹੁੰਦੀ ਹੈ, ਇੱਕ ਤਰਫ ਆਕਸੀਜਨ ਗੈਸ ਲਿਬਰੇਟ ਹੁੰਦੀ ਹੈ। ਹੁਣ ਇਹਨਾਂ ਨੇ ਕੁਐਸਚਨ ਆਪਾਂ ਨੂੰ ਸਿਰਫ ਕੀ ਕੀਤਾ, ਵਾਟਰ ਦਾ ਆਕਸੀਜਨ ਦੇ ਨਾਲ ਲਿੰਕ ਬਣਾਤਾ। ਕਿੰਨੇ ਚਾਹੀਦੇ ਹੋਣਗੇ 1 ਮੋਲ ਦੇ ਲਈ? ਹੁਣ ਵਾਟਰ ਦੇ ਵਿੱਚੋਂ H ਪੋਜ਼ਿਟਿਵ ਤੇ OH ਨੈਗੇਟਿਵ ਨਿਕਲਿਆ ਇੱਕ ਵਾਟਰ 'ਚੋਂ। ਹੁਣ ਜੇ 2 ਵਾਟਰ ਲਊਂਗਾ ਮੈਂ ਤਾਂ ਕਿੰਨੀ H ਪੋਜ਼ਿਟਿਵ ਨਿਕਲਣਗੇ? 4 H ਪੋਜ਼ਿਟਿਵ ਨਿਕਲਣਗੇ। ਤਾਂ ਇੱਥੇ ਆਕਸੀਜਨ ਬਣੂ। ਪਹਿਲ ਇੱਕ ਮੋਲੀਕਿਊਲ ਤੋਂ ਆਕਸੀਜਨ ਨਹੀਂ ਬਣਦੀ, OH ਨੈਗੇਟਿਵ ਬਣਦਾ। 2 ਮੋਲੀਕਿਊਲ ਹੋਣਗੇ ਤਾਂ O2 ਤੇ H ਪੋਜ਼ਿਟਿਵ ਬਣ ਜਾਂਦੇ ਨੇ। O2 ਆਕਸੀਜਨ ਤੇ ਪਲੱਸ 2H ਪੋਜ਼ਿਟਿਵ ਹੋਰ ਐਡ ਹੋ ਜਾਂਦੇ ਨੇ। ਉਹੀ ਚੀਜ਼ ਹੈ, ਟੋਟਲ ਕਿੰਨੇ ਹੋ ਗਏ? 4 H ਪੋਜ਼ਿਟਿਵ ਤੇ ਆਕਸੀਜਨ ਹੋ ਗਏ। ਤੇ ਟਰਾਂਸਫਰ ਕਿੰਨੇ ਇਲੈਕਟ੍ਰੋਨ ਦਾ? 4 H ਪੋਜ਼ਿਟਿਵ ਤੇ 4 ਹੀ ਇਲੈਕਟ੍ਰੋਨ ਨਿਕਲਣਗੇ। ਕੁੱਲ ਮਿਲਾ ਕੇ 4 ਦਾ ਟਰਾਂਸਫਰ ਹੋ ਗਿਆ। ਕਿੰਨੇ ਫੈਰਾਡੇ ਚਾਹੀਦੇ ਹੋਣਗੇ ਫਿਰ? 4 ਫੈਰਾਡੇ। ਕਿੰਨੇ ਦੇ ਲਈ? 2 ਮੋਲ ਦੇ ਲਈ 4 ਫੈਰਾਡੇ ਚਾਹੀਦੇ ਆ। ਬਟ ਆਪਾਂ ਨੂੰ ਕੁਐਸਚਨ ਦੇ ਵਿੱਚ ਮੈਂਸ਼ਨ ਕੀਤਾ ਕਿ 1 ਮੋਲ ਦੇ ਲਈ ਕਿੰਨੇ ਚਾਹੀਦੇ ਹੋਣਗੇ। ਅਗਰ 2 ਮੋਲ ਦੇ ਲਈ 2 ਮੋਲ ਦੇ ਲਈ ਕਿੰਨੇ ਚਾਹੀਦੇ ਹੋਣ? 4 ਫੈਰਾਡੇ ਚਾਹੀਦੇ ਹੋਣਗੇ। ਤਾਂ 1 ਮੋਲ ਦੇ ਲਈ ਆਪਾਂ ਨੂੰ ਕਿੰਨੇ ਚਾਹੀਦੇ ਹੋਣਗੇ? 2 ਫੈਰਾਡੇ। ਆਨਸਰ ਕਿੰਨਾ ਹੋ ਗਿਆ? 2 × 96500, ਜਿਹਨੂੰ ਆਪਾਂ ਕੀ ਲਿਖਾਂਗੇ ਕੈਲਕੂਲੇਸ਼ਨ ਕਰਕੇ। ਜਸਟ ਤੁਸੀਂ ਸਿੱਧਾ 2F ਵੀ ਲਿਖ ਸਕਦੇ ਹੋ, ਜਾਂ ਤੁਸੀਂ ਅੱਗੇ ਹੋਰ ਅਗਰ ਆਪਸ਼ਨ ਦੇ ਵਿੱਚ ਲੈਟ ਤੁਹਾਨੂੰ ਪ੍ਰੋਪਰ ਆਨਸਰ ਹੈ ਤਾਂ ਉਹਨੂੰ ਕੈਲਕੂਲੇਟ ਕਰਕੇ, ਜਿਵੇਂ ਇਹਦਾ ਆਨਸਰ ਆਇਆ ਕਿੰਨਾ 1.93 × 10⁵ ਕੂਲਮ ਜਿਹੜਾ ਇਹਦਾ ਆਨਸਰ ਆਇਆ। ਕਹਿੰਦਾ ਭਾਵ ਇੱਦਾਂ ਦੇ ਛੋਟੇ ਛੋਟੇ ਨਿਊਮੈਰੀਕਲ ਜਿਹੜੇ ਹੈਗੇ ਨੇ ਫੈਰਾਡੇ ਦੇ, ਹੋਰ ਵੀ ਵੈਰਾਈਟੀ ਕਾਫੀ ਹੈ। ਬਾਕੀ ਜਿਹੜੀ ਵੈਰਾਈਟੀ ਹੈ ਨੈਕਸਟ ਟਾਈਮ ਡਿਸਕਸ ਕਰੂੰਗਾ, ਨੈਕਸਟ ਕਲਾਸ ਦੇ ਵਿੱਚ ਡਿਸਕਸ ਕਰੂੰਗਾ। ਇੱਥੋਂ ਤੱਕ ਇਹਨੂੰ ਪ੍ਰੋਪਰ ਜਿਹੜਾ ਹੈਗਾ ਤੁਸੀਂ ਪ੍ਰੋਪਰ ਸਮਝਣਾ ਹੈ, ਕਿਉਂਕਿ ਇਹਦੇ ਤੋਂ ਕਾਫੀ ਨਿਊਮੈਰੀਕਲ, ਇਹਦੀ ਵੈਰਾਈਟੀ ਕਾਫੀ ਹੈ। ਇਹਨੂੰ ਬੇਸ ਮੰਨ ਕੇ ਅੱਗੇ ਸਟੈਪ ਲੈਣੇ ਨੇ। ਹੋਪ ਕਿ ਸਾਰਿਆਂ ਨੂੰ ਸਮਝ ਆ ਗਿਆ ਹੋਊਗਾ। ਪ੍ਰੋਪਰ ਨੋਟਸ ਕੰਪਲੀਟ ਕਰਿਓ। ਆਲ ਦਾ ਬੈਸਟ, ਟੇਕ ਕੇਅਰ।